ਵੈਲਕਮ ਟੂ CBC ਸਿੱਖਿਆ ਆਨਲਾਈਨ ਪਲੇਟਫਾਰਮ। ਮੈਂ ਤੁਹਾਡਾ ਆਪਣਾ ਰਵੀ ਸਰ। ਅੱਜ ਅਸੀਂ ਗੱਲ ਕਰਾਂਗੇ ਅੱਜ ਦੇ ਕਰੰਟ ਅਫੇਅਰ ਦੇ ਬਾਰੇ, ਅਤੇ ਇਸ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਅੱਜ ਦੇ ਜਿਹੜੇ ਕਰੰਟ ਅਫੇਅਰ ਨੇ। ਅਤੇ ਤੁਸੀਂ ਜਿਹੜੇ ਵੀ ਸਟੂਡੈਂਟ ਅੱਜ ਪਹਿਲੀ ਵਾਰੀ ਇਸ ਚੈਨਲ ਦੇ ਪਰ ਆਏ ਨੇ, ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਚੈਨਲ ਨੂੰ। ਅਤੇ ਆਓ ਜੀ ਅਸੀਂ ਆਪਣੀ ਸਭ ਤੋਂ ਪਹਿਲਾਂ ਕੁਐਸਚਨ ਨੂੰ ਸਟਾਰਟ ਕਰੀਏ। ਕਹਿੰਦਾ ਜੀ ਇਸ ਤੋਂ ਵਿਚ ਸਟੇਟ ਹਾਈ ਕੋਰਟ ਬਿਕਮ ਟੂ ਇੰਡੀਆ ਫਸਟ ਪੇਪਰਲੈਸ ਕੋਰਟ। ਤੁਹਾਨੂੰ ਪਤਾ ਹੈ ਜੀ ਇੰਡੀਆ ਦੀ ਐਸੀ ਕਿਹੜੀ ਕੋਰਟ ਹੈ ਜਿਹੜੀ ਕਿ ਪੇਪਰਲੈਸ ਬਣ ਚੁੱਕੀ ਹੈ, ਕਿ ਪੇਪਰ ਦਾ ਇਹਨਾਂ ਦੇ ਵਿੱਚ ਕੰਮ ਖਤਮ ਹੋ ਚੁੱਕਿਆ, ਸਾਰਾ ਕੰਮ ਮਤਲਬ ਔਨਲਾਈਨ ਕਰ ਦਿੱਤਾ ਗਿਆ। ਇਸ ਤਰ੍ਹਾਂ ਦੀ ਕੋਰਟ ਕਿਹੜੀ ਬਣੀ ਹੈ, ਇਹਦੇ ਬਾਰੇ ਇਹਨਾਂ ਨੇ ਪੁੱਛਿਆ। ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ ਕੇਰਲਾ ਹਾਈ ਕੋਰਟ। ਠੀਕ ਹੈ ਜੀ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਹਰ ਸਟੇਟ ਦੀ ਆਪਣੀ ਕੀ ਹੁੰਦੀ ਹੈ ਜੀ, ਇੱਕ ਕੋਰਟ ਹੁੰਦੀ ਹੈ ਜਿਹਨੂੰ ਆਪਾਂ ਜਿਹੜੀ ਮਤਲਬ ਕਿਸੇ ਵੀ ਸਟੇਟ ਦੀ ਆਪਣੀ ਸਭ ਤੋਂ ਵੱਡੀ ਕੋਰਟ ਜਿਹੜੀ ਹੁੰਦੀ ਹੈ ਉਹ ਸਟੇਟ ਦੀ ਹੁੰਦੀ ਹਾਈ ਕੋਰਟ। ਇੰਡੀਆ ਦੀ ਸਭ ਤੋਂ ਵੱਡੀ ਕਿਹੜੀ ਹੈ? ਸੁਪਰੀਮ ਕੋਰਟ। ਸੁਪਰੀਮ ਕੋਰਟ ਦੇ ਵਿੱਚ ਕਿੰਨੇ ਜੱਜ ਨੇ? 34 ਜੱਜ ਨੇ। ਇਹਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਵੀ ਨੇ। ਤੁਹਾਨੂੰ ਪਤਾ ਹੁਣੀ ਸ਼ਪਥ ਚੱਕ ਕਿਸੇ ਓਥ ਲਈ ਸੀ ਸਾਡੇ CJI ਕਿਹੜੇ ਨੇ? ਉਹ ਹੈਗੇ ਜਸਟਿਸ NV ਰਮੰਨਾ। ਇਹ ਕਿਹੜੀ ਸਟੇਟ ਤੋਂ ਹੈਗੇ ਨੇ? ਇਹ ਕਿਹੜੀ ਸਟੇਟ ਤੋਂ ਨੇ? ਆਂਧਰਾ ਪ੍ਰਦੇਸ਼ ਤੋਂ। ਠੀਕ ਹੈ ਜੀ, ਯਾਦ ਰੱਖਣਾ। ਉਸ ਤੋਂ ਬਾਅਦ ਇਹ ਕਿਹੜੇ ਨੰਬਰ ਦੇ ਨੇ? ਇਹ 48th ਨੰਬਰ ਦੇ ਨੇ। ਇਹ ਵੀ ਤੁਸੀਂ ਯਾਦ ਰੱਖਿਆ ਜੀ। ਠੀਕ ਹੈ ਜੀ। ਇੱਕ ਸੁਪਰੀਮ ਕੋਰਟ ਤੋਂ ਯਾਦ ਕਰ ਲਓ ਕੁਐਸਚਨ। ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਹਾਈ ਕੋਰਟ ਤੋਂ ਕਹਿ ਰਿਹਾ। ਹਾਈ ਕੋਰਟ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀ ਹੁਣ 25ਵੇਂ ਨੰਬਰ ਦੀ ਹਾਈ ਕੋਰਟ, ਟੋਟਲ ਹਾਈ ਕੋਰਟਸ ਕਿੰਨੀਆਂ ਨੇ ਇੰਡੀਆ ਦੇ ਵਿੱਚ? 25 ਹੈਗੀਆਂ 5, ਅਤੇ 25th ਵਾਲੀ ਹੈਗੀ ਹੈ ਅਮਰਾਵਤੀ ਜਸਟਿਸ ਕੰਪਲੈਕਸ। ਠੀਕ ਹੈ, ਅਮਰਾਵਤੀ। ਇਹ ਅਮਰਾਵਤੀ ਕਿਹਦੀ ਰਾਜਧਾਨੀ ਹੈ ਜੀ? ਇਹ ਤੁਸੀਂ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਯਾਦ ਕਰ ਲਓ। ਠੀਕ ਹੈ ਜੀ। ਇਹਨੂੰ ਸਮਾਰਟ ਸਿਟੀ ਕੌਣ ਡਿਜ਼ਾਈਨ ਕਰਦਾ ਪਿਆ? ਸਿੰਗਾਪੁਰ। ਠੀਕ ਹੈ ਜੀ, ਇਹ ਵੀ ਯਾਦ ਰੱਖ ਲਿਆ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੰਡੀਆ ਦੇ ਵਿੱਚ ਸਭ ਤੋਂ ਪਹਿਲੀ ਹਾਈ ਕੋਰਟ ਕਿੱਥੇ ਲੱਗੀ ਸੀ? ਕੋਲਕਾਤਾ ਦੇ ਵਿੱਚ। ਠੀਕ ਹੈ ਜੀ। ਕੋਲਕਾਤਾ ਤੁਹਾਨੂੰ ਪਤਾ ਹੋਵੇਗਾ ਰੈਗੂਲੇਟਿੰਗ ਐਕਟ ਆਇਆ ਸੀ ਇੰਡੀਆ ਦੇ ਵਿੱਚ 1773 ਦੇ ਵਿੱਚ, ਅਤੇ 1774 ਦੇ ਵਿੱਚ ਇਸਟੈਬਲਿਸ਼ ਕੀਤੀ ਗਈ ਸੀ ਕੋਲਕਾਤਾ ਹਾਈ ਕੋਰਟ। ਠੀਕ ਹੈ ਜੀ, ਇਸ ਨੂੰ ਯਾਦ ਰੱਖਣਾ ਤੁਸੀਂ। ਇਹ ਆਪਣਾ ਹਿਸਟਰੀ ਦਾ ਕੁਐਸਚਨ ਸੀਗਾ ਜਿਹੜਾ ਤੁਹਾਨੂੰ ਮੈਂ ਇੱਥੇ ਦੱਸਿਆ। ਠੀਕ ਹੈ ਜੀ। ਇੱਕ ਕੁਐਸਚਨ ਜਿਹੜਾ ਪੰਜਾਬ ਦੇ ਪੇਪਰਾਂ ਦੇ ਵਿੱਚ ਆਇਆ ਸੀ ਉਹਦਾ ਨਾਮ ਹੈ ਆਰਟੀਕਲ ਨੰਬਰ 129। ਇਹਦਾ ਮਤਲਬ ਹੁੰਦਾ ਹੈ ਕੋਰਟ ਆਫ ਰਿਕਾਰਡਸ। ਠੀਕ ਹੈ, ਇਹਨੂੰ ਯਾਦ ਕਰ ਲਓ ਕਿਉਂਕਿ ਇਹਦਾ ਮਤਲਬ ਹੁੰਦਾ ਹੈ ਜਦੋਂ ਕੋਈ ਸੁਪਰੀਮ ਕੋਰਟ ਆਪਣਾ ਡਿਸੀਜਨ ਦਿੰਦਾ ਹੈ, ਵਰਡਿਕਟ ਦਿੰਦਾ ਹੈ, ਉਸ ਨੂੰ ਐਜ਼ ਏ ਬੇਸ ਮੰਨਿਆ ਜਾਂਦਾ ਹੈ। ਉਸ ਬੇਸ ਦੇ ਆਧਾਰ 'ਤੇ ਹਾਈ ਕੋਰਟਸ ਕੀ ਕਰਦੀਆਂ ਨੇ? ਇਸ ਨੂੰ ਰਿਕਾਰਡ ਸੰਭਾਲ ਕੇ ਰੱਖ ਲੈਂਦੀਆਂ ਨੇ 129 ਨੰਬਰ ਆਰਟੀਕਲ ਦੇ ਵਿੱਚ। ਇਸ ਦੇ ਆਧਾਰ ਦੇ ਉੱਪਰ ਇਨ ਫਿਊਚਰ ਕੋਈ ਇੱਦਾਂ ਦਾ ਕੇਸ ਆਉਂਦਾ ਤਾਂ ਉਸ ਨੂੰ ਇਸੇ ਦੇ ਆਧਾਰ ਦੇ ਉੱਪਰ ਸੋਲਵ ਕੀਤਾ ਜਾਂਦਾ। ਅਤੇ ਇਹ ਕੁਐਸਚਨ ਬੜੀ ਵਾਰੀ ਪੇਪਰ ਦੇ ਵਿੱਚ ਆ ਚੁੱਕਿਆ, ਇਸ ਨੂੰ ਯਾਦ ਰੱਖਿਆ ਜੀ। ਪੰਜਾਬ ਦੇ ਪੇਪਰਾਂ 'ਚ ਇੱਕ ਕੁਐਸਚਨ ਆ ਜਾਂਦਾ ਹੈ 13 ਨੰਬਰ ਆਰਟੀਕਲ ਦੱਸੋ ਕੀ ਹੈ? 13 ਨੰਬਰ ਆਰਟੀਕਲ ਹੁੰਦਾ ਕਿ ਮੰਨ ਲਓ ਸਾਡੀ ਪਾਰਲੀਮੈਂਟ ਨੇ ਇੱਦਾਂ ਦਾ ਕੋਈ ਕਾਨੂੰਨ ਬਣਾਤਾ ਜਿਹੜਾ ਕਿ ਸਾਡੇ ਫੰਡਾਮੈਂਟਲ ਰਾਈਟ ਨੂੰ ਖਤਮ ਕਰਦਾ ਪਿਆ, ਉਸ ਨੂੰ ਚੈੱਕ ਕੀਤਾ ਜਾਂਦਾ ਹੈ। ਚੈੱਕ ਕਰਨ ਵਾਸਤੇ ਮਤਲਬ ਕੀ ਹੁੰਦਾ? ਉਹਨੂੰ ਜੁਡੀਸ਼ਲੀ ਚੈੱਕ ਕੀਤਾ ਜਾਂਦਾ। ਉਹ ਕੌਣ ਕਰ ਸਕਦਾ ਹੈ? ਸੁਪਰੀਮ ਕੋਰਟ। ਸੁਪਰੀਮ ਕੋਰਟ ਕੋਲ ਜਦੋਂ ਇਹ ਜੁਡੀਸ਼ਲੀ ਚੈੱਕ ਕਰਦੀ ਹੈ ਨਾ ਕਿਸੇ ਕਾਨੂੰਨ ਨੂੰ ਕਿ ਉਹ ਸਾਡੇ ਇੰਡੀਆ ਦੇ ਬੇਸਿਕ ਸਟਰਕਚਰ ਦੇ ਅਕੋਰਡਿੰਗ ਲਾਅ ਬਣਿਆ ਹੋਇਆ, ਤਾਂ ਉਸ ਨੂੰ ਚੈੱਕ ਕਰਨ ਨੂੰ ਆਪਾਂ ਕਹਿੰਦੇ ਹਾਂ ਜਸਟਿਸ ਰਿਵਿਊ। ਤਾਂ ਜਸਟਿਸ ਰਿਵਿਊ ਦਾ ਆਰਟੀਕਲ ਨੰਬਰ ਹੈਗਾ 13। ਇਹ ਵੀ ਤੁਸੀਂ ਯਾਦ ਰੱਖਣਾ। ਇਸ ਲਗਭਗ ਤੁਹਾਨੂੰ ਮੈਂ ਇਹਦੇ ਨਾਲ ਦੇ ਸਾਰੇ ਫੈਕਟ ਦੱਸ ਚੁੱਕੇ। ਇਸ ਤੋਂ ਬਾਅਦ ਅਗਲੀ ਨੈਕਸਟ ਕੁਐਸਚਨ 'ਤੇ ਆਓ। ਕਹਿੰਦਾ ਜੀ ਹੂ ਹੈਜ਼ ਬੀਨ ਅਪੋਇੰਟਡ ਐਜ਼ ਦਾ ਨਿਊ ਡਾਇਰੈਕਟਰ ਜਨਰਲ ਆਫ ਦਾ ਨੈਸ਼ਨਲ ਮਿਸ਼ਨ ਆਫ ਦਾ ਕਲੀਨ ਗੰਗਾ ਅੰਡਰ ਦਾ ਮਿਨਿਸਟਰੀ ਆਫ ਜਲ ਸ਼ਕਤੀ। ਪਹਿਲੇ ਯਾਦ ਕਰਨਾ ਜਲ ਸ਼ਕਤੀ ਜਿਹੜੀ ਮਿਨਿਸਟਰੀ ਹੈ ਉਹਦੇ ਅੰਦਰ ਆਪਣਾ ਹੈਗਾ ਕਲੀਨ ਗੰਗਾ ਜਿਹੜੀ ਨਦੀ ਹੈ, ਜਿਹੜੀ ਗੰਗਾ ਰਿਵਰ ਹੈ, ਇਹ ਸਾਡੀ ਇੰਡੀਆ ਦੀ ਨੈਸ਼ਨਲ ਰਿਵਰ ਹੈ। ਕਿੰਨੇ ਕਿਲੋਮੀਟਰ ਦੀ ਹੈ? 2525 ਕਿਲੋਮੀਟਰ ਦੀ। ਇਹਦੇ ਵਿੱਚ ਸਾਡੀ ਇੰਡੀਆ ਦਾ ਇਕੁਐਟਿਕ ਐਨੀਮਲ ਪਾਇਆ ਜਾਂਦਾ ਜਿਹਨੂੰ ਕਹਿੰਦੇ ਆ ਗੰਗਾ ਡੋਲਫਿਨ। ਜਿਹੜੀ ਹੈਗੀ ਹੈ ਇੱਕ ਡੋਲਫਿਨ ਪਾਈ ਜਾਂਦੀ ਗੰਗਾ ਰਿਵਰ ਦੇ ਵਿੱਚ। ਠੀਕ ਹੈ, ਤਾਂ ਇਹਦੇ ਵਿੱਚ ਉਹਨਾਂ ਨੇ ਡਾਇਰੈਕਟਰ ਜਨਰਲ ਬਣਾਇਆ ਇਸੇ ਗੰਗਾ ਰਿਵਰ ਨੂੰ ਕਲੀਨ ਕਰਨਾ। ਇਹਦੇ ਵਾਸਤੇ ਡਾਇਰੈਕਟਰ ਜਨਰਲ ਕਿਹਨੂੰ ਬਣਾਇਆ ਜੀ? ਇਹ ਹੈਗੇ ਨੇ G ਅਸ਼ੋਕ। ਇਸ ਪਰਸਨ ਨੂੰ ਜੀ ਕੈਚ ਦਾ ਰੇਨ ਇਹਨਾਂ ਨੇ ਅਭਿਆਨ ਚਲਾਇਆ ਸੀ, ਮਤਲਬ ਇਹਨਾਂ ਦੇ ਕੈਂਪੇਨ ਚਲਾਇਆ ਸੀ। ਇਹਨਾਂ ਵਾਸਤੇ ਇਹਨੂੰ ਯਾਦ ਕੀਤਾ ਜਾਂਦਾ। ਇਹ ਕਿਹਨੂੰ ਰਿਪਲੇਸ ਕਰਦੇ ਪਏ ਨੇ? ਜਿਹੜੇ ਸੁਭਾਸ਼। ਮੈਂ ਇਹ ਕੁਐਸਚਨ ਪਹਿਲਾਂ ਵੀ ਦੱਸ ਚੁੱਕਿਆ ਸ਼ਾਇਦ, ਚਲੋ ਕੋਈ ਗੱਲ ਨਹੀਂ। ਅਤੇ ਇਹਨਾਂ ਦਾ ਨਾਮ ਤੁਸੀਂ ਯਾਦ ਰੱਖਣਾ। ਇਹਨਾਂ ਨੂੰ ਰੇਨਮੈਨ ਆਫ ਇੰਡੀਆ ਵੀ ਕਿਹਾ ਜਾਂਦਾ। ਇਹ ਇਹਨਾਂ ਦੀ ਟਾਈਟਲ ਹੈ, ਇਹ ਵੀ ਤੁਸੀਂ ਯਾਦ ਰੱਖਿਆ ਜੇ। ਜਿਹੜੀ ਮਿਨਿਸਟਰੀ ਹੈ ਆਪਣੀ, ਇਹ ਜਿਹੜੀ ਜਲ ਸ਼ਕਤੀ ਮਿਨਿਸਟਰ ਜਿਹੜੀ ਇਹ ਨਵੀਂ ਬਣੀ ਸੀ, ਇਹਦੇ ਹੈਗੇ ਗਜੇਂਦਰ ਸਿੰਘ ਸ਼ੇਖਾਵਤ, ਜਿਹੜੇ ਕੈਬਨਿਟ ਮਿਨਿਸਟਰ ਨੇ ਗਜੇਂਦਰ ਸਿੰਘ ਸ਼ੇਖਾਵਤ। ਇਹਨਾਂ ਦਾ ਯਾਦ ਰੱਖਣਾ ਤੁਸੀਂ। ਇਹਨਾਂ ਦੀ ਕੌਂਸਟੀਟੂਐਂਸੀ ਹੈਗੀ ਜੋਧਪੁਰ। ਠੀਕ ਹੈ, ਜੋਧਪੁਰ ਜਿਹੜਾ ਰਾਜਸਥਾਨ ਦੇ ਵਿੱਚ ਹੈ, ਉਸ ਤੋਂ ਇਹ ਬਿਲੋਂਗ ਕਰਦੇ ਨੇ। ਠੀਕ ਹੈ ਜੀ। ਕਈ ਵਾਰ ਪੇਪਰ 'ਚ ਪੁੱਛ ਲੈਂਦਾ ਜਿਹੜੀ ਗੰਗਾ ਨੂੰ ਕਲੀਨ ਕਰਨ ਵਾਸਤੇ ਨਾ ਤੁਹਾਨੂੰ ਇੱਕ ਆਪਣੇ ਕਲੀਨ ਗੰਗਾ ਕਰਨ ਵਾਸਤੇ ਨਾ ਇੱਕ ਇਹਦਾ ਮੈਸਕਟ ਆਉਂਦਾ, ਮਤਲਬ ਇਹਦੇ ਵਾਸਤੇ ਇੱਕ
ਆਪਾਂ ਕਹਿੰਦੇ ਨਾ ਹਰ ਕੋਈ ਵੀ ਓਲੰਪਿਕ ਹੁੰਦਾ ਉਹਦਾ ਇੱਕ ਮੈਸਕਟ ਹੁੰਦਾ, ਇੱਕ ਛੋਟਾ ਜਿਹਾ ਕਾਰਟੂਨ ਟਾਈਪ ਹੁੰਦਾ, ਉਹਨੂੰ ਆਪਾਂ ਕਹਿੰਦੇ ਇਹਦਾ ਮੈਸਕਟ ਬਣਿਆ ਸੀਗਾ ਚਾਚਾ ਚੌਧਰੀ। ਆਪਾਂ ਪੜ੍ਹਦੇ ਵੀ ਹੁੰਦੇ ਛੋਟੇ ਹੁੰਦੇ, ਚਾਚਾ ਚੌਧਰੀ ਦੀ ਸਟੋਰੀਆਂ ਪੜ੍ਹਦੇ ਹਾਂ, ਉਹ ਇਹਦਾ ਮੈਸਕਟ ਸੀਗਾ, ਯਾਦ ਰੱਖਣਾ ਆਪਾਂ। ਇੱਕ ਗੰਗਾ ਐਕਸਪ੍ਰੈਸ ਵੇ ਬਣਿਆ, ਐਕਸਪ੍ਰੈਸ ਵੇ ਗੰਗਾ ਵਾਲਾ ਬਣਿਆ, ਉਹ ਕਿੱਥੇ ਬਣਿਆ, ਉਹ ਕਿਹੜੇ ਸ਼ਹਿਰ ਦੇ ਵਿੱਚ ਬਣਿਆ, ਕਿਹੜੀ ਸਟੇਟ ਦੇ ਵਿੱਚ? ਤਾਂ ਇਹ ਹੈਗਾ 594 ਕਿਲੋਮੀਟਰ ਹੈਗਾ, ਇਹ ਬਣਿਆ ਜੀ ਤੁਹਾਡਾ ਮੇਰਠ ਤੋਂ ਲੈ ਕੇ ਪ੍ਰਯਾਗਰਾਜ ਤੱਕ। ਇਹ ਵੀ ਤੁਸੀਂ ਯਾਦ ਰੱਖਣਾ, ਪ੍ਰਯਾਗਰਾਜ ਤੱਕ ਇਹ ਤੁਸੀਂ ਯਾਦ ਰੱਖਿਆ ਜੀ, ਠੀਕ ਹੈ ਜੀ। ਇਹ ਵੀ ਬੜਾ ਇੰਪੋਰਟੈਂਟ ਕੁਐਸਚਨ ਹੈ, ਤੁਹਾਡੇ ਪੇਪਰ ਦੇ ਵਿੱਚ ਆ ਸਕਦਾ ਹੈ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨੈਕਸਟ ਕੁਐਸਚਨ 'ਤੇ ਆ ਜਾਓ। ਕਈ ਨਦੀਆਂ ਦੇ ਬੇਸ 'ਤੇ ਤੁਹਾਨੂੰ ਕੁਐਸਚਨ ਦੱਸਦਾ। ਇੰਡੀਆ ਦੀ ਸਭ ਤੋਂ ਵੱਡੀ ਨਦੀ ਜੇ ਪੁੱਛੇ ਲੈਂਥ ਵਾਈਜ਼ ਤਾਂ ਉਹ ਹੈਗੀ ਹੈ ਗੰਗਾ ਰਿਵਰ, ਠੀਕ ਹੈ ਜੀ। ਅਤੇ ਇੰਡੀਆ ਦੀ ਸਭ ਤੋਂ ਚੌੜੀ ਨਦੀ ਮਤਲਬ ਵਿਡਥ ਦੇ ਵਿੱਚ ਜੇ ਕਹੀਏ ਤਾਂ ਬ੍ਰਹਮਪੁੱਤਰਾ ਰਿਵਰ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਪੂਰੇ ਵਰਲਡ ਦੀ ਸਭ ਤੋਂ ਵੱਡੀ ਨਦੀ ਕਿਹੜੀ ਹੈ ਜੀ? ਉਹ ਹੈ ਨੀਲ ਰਿਵਰ। ਨੀਲੇ ਰਿਵਰ ਅਫਰੀਕਾ ਕੰਟੀਨੈਂਟ ਦੇ ਵਿੱਚ ਹੈ। ਪੂਰੀ ਦੁਨੀਆ ਦੀ ਸਭ ਤੋਂ ਚੌੜੀ ਨਦੀ ਮਤਲਬ ਸਭ ਤੋਂ ਵਿਡਥ ਵਾਈਜ਼ ਕਿਹੜੀ ਹੈ? ਉਹ ਹੈਗੀ ਐਮਾਜ਼ੋਨ ਰਿਵਰ, ਉਹ ਹੈਗੇ ਲੈਟਿਨ ਅਮੈਰੀਕਾ ਜਾਂ ਇਹਨੂੰ ਕਹਿ ਦਿੰਦੇ ਹਾਂ ਸਾਊਥ ਅਮੈਰੀਕਾ, ਠੀਕ ਹੈ ਜੀ, ਬ੍ਰਾਜ਼ੀਲ ਦੇ ਵਿੱਚ, ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਜੇ ਇੰਡੀਆ ਦੀ ਸਾਊਥ ਦੀ ਸਭ ਤੋਂ ਵੱਡੀ ਨਦੀ ਪੁੱਛਣ ਫਿਰ ਹੈ ਗੋਦਾਵਰੀ ਰਿਵਰ, ਠੀਕ ਹੈ, ਗੋਦਾਵਰੀ ਨਦੀ, ਇਹ ਵੀ ਤੁਸੀਂ ਯਾਦ ਰੱਖਿਆ। ਇੱਕ ਕੁਐਸਚਨ ਪੇਪਰ ਦੇ ਵਿੱਚ ਆ ਜਾਂਦਾ ਕਿ ਸਾਊਥ ਇੰਡੀਆ ਦੀ ਸਭ ਤੋਂ ਸਦਾਬਹਾਰ ਨਦੀ ਕਿਹੜੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਹੈਗੀ ਕਾਵੇਰੀ ਨਦੀ, ਠੀਕ ਹੈ, ਕਾਵੇਰੀ ਨਦੀ। ਉਹ ਆਪਾਂ ਰਿਵਰਸ ਦੇ ਚੈਪਟਰ ਦੇ ਵਿੱਚ ਡਿਸਕਸ ਕਰਾਂਗੇ ਇਹ ਸਾਰੀਆਂ ਗੱਲਾਂ, ਅਤੇ ਇਹ ਤੁਹਾਨੂੰ ਮੈਂ ਜਿਓਗ੍ਰਾਫੀ ਦੇ ਕੁਝ ਕੁਐਸਚਨ ਦੱਸੇ ਹੈ। ਉਸ ਤੋਂ ਬਾਅਦ ਆ ਜਾਓ ਥਰਡ ਕੁਐਸਚਨ, ਵਿਚ ਕੰਪਨੀ ਹੈਜ਼ ਇੰਟਰੋਡਿਊਸਡ ਫੰਕਸ਼ਨਲੀ ਕਾਲਡ ਦਾ ਯੂਨੀਫਾਈਡ ਪ੍ਰੈਜੈਂਟੇਸ਼ਨ ਮੈਨੇਜਮੈਂਟ ਸਿਸਟਮ। ਕਹਿੰਦੇ ਜੀ ਇੱਕ ਐਸੀ ਕੰਪਨੀ, ਕਿਹੜੀ ਕੰਪਨੀ ਹੈ ਜਿਹਨੇ ਵੀ ਇਹ ਹੈ ਕੀ ਮਤਲਬ ਇਹਦੇ ਵਿੱਚ ਕੀ ਹੈ ਜੀ? ਕੋਈ ਵੀ ਬਿੱਲ ਹੈ ਕਸਟਮਰ ਦਾ ਉਹ ਆਟੋਮੈਟਿਕਲੀ ਬਣਨਾ, ਆਟੋਮੈਟਿਕਲੀ ਉਹਨੂੰ ਰਿਮਾਈਂਡ ਕਰਨ ਦੀ ਲੋੜ ਨਹੀਂ, ਆਟੋਮੈਟਿਕਲੀ ਪੇਮੈਂਟ ਹੋ ਜਾਣੀ ਹੈ। ਇਸ ਤਰ੍ਹਾਂ ਦਾ ਇੱਕ ਕੋਈ ਸਕੀਮ ਇਹਨਾਂ ਨੇ ਲਾਗੂ ਕੀਤੀ ਹੈ। ਤਾਂ ਇਸ ਤਰ੍ਹਾਂ ਦਾ ਇੱਕ ਮੈਨੇਜਮੈਂਟ ਸਿਸਟਮ ਹੈ ਜਿਹਦੇ ਇਹ ਕਿਹਨੇ ਕੀਤਾ। ਤਾਂ ਮੇਨ ਤੁਹਾਨੂੰ ਪੇਪਰ 'ਚ ਇਹ ਵੀ ਪੁੱਛ ਸਕਦੇ ਆ। ਤਾਂ ਕੰਪਨੀ ਦਾ ਨਾਮ ਹੈ ਜੀ ਭਾਰਤ ਬਿੱਲ ਪੇ, ਅਤੇ ਇਹ ਤੁਸੀਂ ਯਾਦ ਰੱਖਣਾ ਹੈ ਕਿਹਦੀ ਕੰਪਨੀ ਹੈ। ਇਹ ਇੱਕ ਪਾਰਟ ਹੈ ਜੀ ਕਿਹਦਾ? NPC ਦਾ, ਦਾ। ਇਹ ਕੀ ਚੀਜ਼ ਹੈ? ਇਹ ਇੰਡੀਆ ਦਾ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨਿਊ ਦਿੱਲੀ ਦੇ ਵਿੱਚ ਇਹਦਾ ਹੈੱਡਕੁਆਟਰ ਹੈ। ਇਹ ਕੀ ਕਰਦੀ ਹੈ? ਰੁਪੇ ਜਿਹੜਾ ਸਿਸਟਮ ਕਾਰਡ ਹੈ ਨਾ ਆਪਣਾ, ਰੁਪੇ ਤੁਸੀਂ ਆਪਣਾ ATM ਦੇਖਿਆ ਜੀ, ਉਹਦੇ ਵਿੱਚ ਲਿਖਿਆ ਹੁੰਦਾ ਰੁਪੇ ਸਿਸਟਮ ਕਾਰਡ, ਉਹਦੇ ਵਾਸਤੇ ਇਹ ਉਦੋਂ ਸੰਭਾਲਦੀ ਹੈ, ਉਸ ਨੂੰ ਮੈਨੇਜਮੈਂਟ ਕਰਦੀ ਹੈ, ਉਹਦੇ ਅੰਡਰ ਇਹ ਕੰਪਨੀ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖ ਸਕਦੇ ਹੋ, ਸਿਰਫ ਇੰਨਾ ਹੀ ਯਾਦ ਕਰ ਲਓ ਇਹਦੇ ਵਾਸਤੇ, ਇੰਨਾ ਹੀ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆਪਾਂ ਕਰਦੇ ਹਾਂ, ਉੱਪਰ ਰਹਿ ਗਿਆ। ਉਸ ਤੋਂ ਬਾਅਦ ਆ ਜਾਓ ਨੈਕਸਟ ਕੁਐਸਚਨ, ਵਿਚ ਸਟੇਟ ਹੈਜ਼ ਬਿਕਮ ਦੀ ਫਸਟ LPG ਇਨੇਬਲਡ ਸਮੋਕ ਫਰੀ ਸਟੇਟ ਇਨ ਕੰਟਰੀ। ਅਤੇ ਇਹ ਵੀ ਪੁੱਛ ਸਕਦਾ ਤੁਹਾਨੂੰ ਵੀ ਕਿਹੜੀ ਸਟੇਟ ਹੈ ਜਿਹੜੀ ਕਿ ਇੰਡੀਆ ਦੇ ਵਿੱਚ ਸਮੋਕ ਫਰੀ ਹੋ ਚੁੱਕੀ ਹੈ। ਉਹਦੇ ਵਿੱਚ ਮਤਲਬ ਤੁਹਾਨੂੰ ਇੱਕ ਸਕੀਮ ਪਤਾ ਹੋਏਗਾ ਜਿਹਦੇ ਵਿੱਚ ਆਪਾਂ ਸਿਲੰਡਰ ਸਾਰੇ ਸੈਂਟਰ ਲੈਵਲ 'ਤੇ ਇੱਕ ਸਕੀਮ ਚੱਲੀ ਸੀ ਜਿਹਦੇ ਵਿੱਚ ਸਿਲੰਡਰ ਘਰ ਦੇ ਵਿੱਚ ਦਿੱਤੇ ਗਏ ਸੀਗੇ। ਤਾਂ ਉਹ ਸਕੀਮ ਦਾ ਨਾਮ ਸੀ ਉਜਵਲਾ, ਠੀਕ ਹੈ, ਉਜਵਲਾ। ਇਹ ਸਕੀਮ ਦੇ ਅੰਡਰ ਘਰ ਹਰ ਫੈਮਿਲੀ ਨੂੰ ਇਸ ਸਕੀਮ ਦੇ ਅੰਡਰ, ਇਹ ਸੈਂਟਰ ਦੀ ਸਕੀਮ ਸੀ ਜਿਹੜੀ ਮੋਦੀ ਗੌਰਮੈਂਟ ਦੁਆਰਾ ਚਲਾਈ ਗਈ ਸੀ, ਪ੍ਰਧਾਨ ਮੰਤਰੀ ਉਜਵਲਾ ਯੋਜਨਾ, ਠੀਕ ਹੈ ਜੀ। ਤਾਂ ਇਸ ਦੇ ਵਿੱਚ ਕੀ ਹੁੰਦਾ ਸੀਗਾ ਵੀ ਘਰਾਂ ਦੇ ਵਿੱਚ ਤੁਸੀਂ ਚੁੱਲ੍ਹਾ ਜਿਹੜਾ ਹੈ ਜਿਹਦੇ ਨਾਲ ਪੋਲਿਊਸ਼ਨ ਹੁੰਦਾ ਹੈ ਉਹ ਇਨਡੋਰ ਪੋਲਿਊਸ਼ਨ, ਜਿਹਨੂੰ ਆਪਾਂ ਕਹਿੰਦੇ ਇਨਡੋਰ ਪੋਲਿਊਸ਼ਨ, ਇਹ ਪੋਲਿਊਸ਼ਨ ਘੱਟ ਕੀਤਾ ਜਾਵੇ ਇੰਡੀਆ ਦੇ ਵਿੱਚ, ਇਸ ਦੇ ਵਾਸਤੇ LPG ਇਹ ਸਿਸਟਮ ਚੱਲਿਆ ਸੀਗਾ। ਅਤੇ ਇਹ ਸਕੀਮ ਦੇ ਅੰਡਰ ਹੁਣ ਇੱਕ ਐਸਾ ਸਟੇਟ ਹੈ ਜਿਹਨੇ ਕੀ ਕੀਤਾ, ਆਪਣੀ ਸਟੇਟ ਦੇ ਵਿੱਚ ਵੀ ਇਸ ਤਰ੍ਹਾਂ ਦੀ ਮੁੱਖ ਮੰਤਰੀ ਗ੍ਰਹਿਣੀ ਸੁਜਵਲਾ ਯੋਜਨਾ ਚਲਾਈ ਸੀ, ਅਤੇ ਉਹਨਾਂ ਨੇ ਆਪਣੀ ਸਟੇਟ ਦੇ ਵਿੱਚ ਚਲਾਈ ਅਤੇ ਉਜਵਲਾ ਯੋਜਨਾ ਸੈਂਟਰ ਦੀ ਸੀ। ਦੋਨਾਂ ਨੇ ਮਿਲਾ ਕੇ ਇੰਡੀਆ ਦਾ ਇੱਕ ਐਸਾ ਸਟੇਟ ਬਣਾਤਾ ਜਿਹਦੇ ਵਿੱਚ ਕੀ ਹੈ ਜੀ, ਹੁਣ LPG ਇਨੇਬਲਡ ਮਤਲਬ ਸਮੋਕ ਫਰੀ ਸਟੇਟ ਬਣਾਤਾ ਹੈ। ਹੁਣ ਇਹਦੇ ਵਿੱਚ ਕੋਈ ਵੀ ਐਸਾ ਤਰ੍ਹਾਂ ਦਾ ਜੀ ਵੀ ਘਰਾਂ ਦੇ ਵਿੱਚ ਚੁੱਲ੍ਹਾ ਮਤਲਬ ਜਿਹੜਾ ਕਿ ਆਪਾਂ ਕਹਿੰਦੇ ਨਾ ਬਾਲਣ ਹੁੰਦਾ, ਲੱਕੜ ਜਿਹੜੀ ਯੂਜ਼ ਕੀਤੀ ਜਾਵੇ ਉਹ ਨਹੀਂ ਹੈਗਾ, ਸਿਰਫ LPG ਯੂਜ਼ ਹੁੰਦੀ ਹੈ। ਤਾਂ ਇਹ ਹੈਗਾ ਕਿਹੜਾ ਜੀ, ਇਹਨੂੰ ਆਪਾਂ ਕਹਿੰਦੇ ਹਾਂ ਆਪਣਾ ਹਿਮਾਚਲ ਪ੍ਰਦੇਸ਼, ਠੀਕ ਹੈ ਜੀ, ਹਿਮਾਚਲ ਪ੍ਰਦੇਸ਼ ਸਟੇਟ ਦੇ ਵਿੱਚ। ਅਤੇ ਇਹ ਤੁਸੀਂ ਯਾਦ ਰੱਖਣਾ ਹੈ, ਅਤੇ ਇਹਦੇ ਵਿੱਚ ਇੰਨਾ ਹੀ ਯਾਦ ਰੱਖ ਲਓ ਤੁਸੀਂ। ਨੈਕਸਟ ਆਪਾਂ ਗੱਲ ਕਰੀਏ, ਅੱਛਾ ਹਿਮਾਚਲ ਪ੍ਰਦੇਸ਼ ਦੇ ਕਿਹੜੇ ਬਣੇ ਸੀ? ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੇ CM ਕਿਹੜੇ ਬਣੇ ਸੀਗੇ? ਪੁਸ਼ਕਰ ਸਿੰਘ ਧਾਮੀ, ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਿਆ ਜੀ, ਪੇਪਰ ਦੇ ਵਿੱਚ ਆ ਸਕਦਾ ਤੁਹਾਨੂੰ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਹੂ ਹੈਜ਼ ਬੀਨ ਅਪੋਇੰਟਡ ਐਜ਼ ਦਾ ਪ੍ਰੈਜ਼ੀਡੈਂਟ ਆਫ ਦਾ US ਇੰਡੀਅਨ ਕਾਊਂਸਿਲ ਬਿਜ਼ਨਸ ਕਾਊਂਸਿਲ US ਚੈਂਬਰਸ ਆਫ ਕਾਮਰਸ। ਦੇਖੋ ਆਪਣੇ ਨਾ USA ਦੀ ਇੱਕ ਸੰਸਥਾ ਹੈਗੀ ਜਿਹਦਾ ਨਾਮ ਹੈਗਾ USA ਚੈਂਬਰਸ ਆਫ ਕਾਮਰਸ, ਬਿਜ਼ਨਸ ਚੈਂਬਰਸ ਕਾਮਰਸ। ਇੱਕ ਸੰਸਥਾ ਹੈਗੀ ਜਿਹੜੀ ਕੀ ਕਰਦੀ ਹੈ ਇੰਡੀਆ ਦੇ ਨਾਲ, ਅਤੇ ਇੰਡੀਆ ਦੇ ਨਾਲ ਲੱਗਦੀ ਜਿਹੜੀ ਕੰਟਰੀਆਂ ਜਿਹੜੀ ਕਿ ਪੈਸੀਫਿਕ ਓਸ਼ਨ ਦੇ ਵਿੱਚ ਜਿਹੜੀਆਂ ਕੰਟਰੀਆਂ ਨੇ, ਠੀਕ ਹੈ, ਉਹਦੇ ਵਿੱਚ ਜਿਹਨੇ ਉਹਨਾਂ ਦਾ ਬਿਜ਼ਨਸ ਅਮਰੀਕਾ ਦੇ ਨਾਲ ਕਿਸ ਤਰ੍ਹਾਂ ਉਹਨੂੰ ਟਰੇਡ ਨੂੰ ਸੰਭਾਲਣ ਵਾਸਤੇ ਇਹ ਸੰਸਥਾ ਹੈਗੀ, ਜਿਹਦੇ ਕਿ ਨਵੇਂ ਡਾਇਰੈਕਟਰ ਬਣਾਏ ਗਏ ਨੇ। ਤਾਂ ਇਹ ਡਾਇਰੈਕਟਰ ਕਿਹੜੇ ਨੇ ਆਪਣੇ ਜੀ? ਅਤੁਲ ਕਸ਼ਯਪ, ਠੀਕ ਹੈ ਜੀ। ਇਹ ਦਿੱਲੀ ਦੇ ਵਿੱਚ USA ਐਮਬੈਸੀ ਦੇ ਵਿੱਚ ਹੈਗੇ ਸੀਗੇ, ਬਾਅਦ ਦੇ ਵਿੱਚ ਇਹਨਾਂ ਨੂੰ ਇੱਥੇ ਅਪੋਇੰਟ ਕਰ ਦਿੱਤਾ ਗਿਆ। ਬਸ ਇੰਨਾ ਹੀ ਇਹਨਾਂ ਨੂੰ ਯਾਦ ਕਰ ਲਓ।
ਠੀਕ ਹੈ ਜੀ। ਅਤੇ ਇਹਨਾਂ ਦਾ ਇੱਕ ਕੁਐਸਚਨ ਇਹ ਵੀ ਆ ਸਕਦਾ ਪੇਪਰ ਦੇ ਵਿੱਚ ਕਿ ਅਮਰੀਕਾ ਦੇ ਇੱਕ ਪਰਸਨ ਜਿਹੜਾ ਅਮਰੀਕਾ ਦੇ ਹੀ ਪਰਸਨ ਨੇ, ਉਹ ਟਾਈਮਸ ਮੈਗਜ਼ੀਨ ਇੰਡੀਆ ਦੇ ਵਿੱਚ ਜਿਹੜੀ ਇੱਕ ਪੂਰੇ ਵਰਲਡ ਦੇ ਵਿੱਚ ਮੈਗਜ਼ੀਨ ਛਪਦੀ ਆ, ਉਹਦੇ 2021 ਦੇ ਹੁਣ ਟਾਈਮਸ ਪਰਸਨ ਆਫ ਦਾ ਈਅਰ ਕਿਹਨੂੰ ਟਾਈਮ ਮੈਗਜ਼ੀਨ ਦੇ ਵਿੱਚ ਲਿਆ ਗਿਆ, ਉਸ ਦਾ ਨਾਮ ਕੀ ਹੈ? ਐਲੋਨ ਮਸਕ। ਠੀਕ ਹੈ ਜੀ। ਐਲੋਨ ਮਸਕ ਕੌਣ ਨੇ? ਜਿਨ੍ਹਾਂ ਦੀ ਕੰਪਨੀ ਹੈ ਟੈਸਲਾ ਕੰਪਨੀ ਦੇ ਮਾਲਿਕ ਹੈ। ਇਹਨਾਂ ਦੀ ਇੱਕ ਸਪੇਸ ਐਕਸ ਪ੍ਰਾਈਵੇਟ ਕੰਪਨੀ ਵੀ ਹੈ ਜਿਹੜੀ ਐਰੋਸਪੇਸ ਵਾਸਤੇ, ਸਪੇਸ ਐਕਸ। ਠੀਕ ਹੈ ਜੀ। ਇਹਨਾਂ ਵਾਸਤੇ ਇਹਨਾਂ ਨੂੰ ਟਾਈਮ ਮੈਗਜ਼ੀਨ ਦੇ ਵਿੱਚ ਲਿਆ ਗਿਆ। ਇਹ ਵੀ ਯਾਦ ਰੱਖਣਾ ਤੁਸੀਂ। ਕਮਲਾ ਹੈਰਿਸ ਕੌਣ ਨੇ ਜੀ? ਵਾਈਸ ਪ੍ਰੈਜ਼ੀਡੈਂਟ ਨੇ। ਜੋ ਇਹਨਾਂ ਦੇ ਬਾਈਡਨ ਜਿਹੜੇ ਨੇ, ਉਹ ਕੀ ਨੇ? ਬਾਈਡਨ, ਇਹ ਇਹਨਾਂ ਦੇ ਪ੍ਰੈਜ਼ੀਡੈਂਟ ਨੇ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਯੂਨੀਅਨ ਮਿਨਿਸਟਰ ਸਰਬਾਨੰਦ ਸੋਨੋਵਾਲ ਹੈਜ਼ ਲੇਡ ਫਾਊਂਡੇਸ਼ਨ ਆਫ ਦਾ ਸਟੋਨ ਇੰਟਰਨੈਸ਼ਨਲ ਯੋਗਾ ਅਕੈਡਮੀ ਆਫ ਦਾ ਵਿਚ ਸਿਟੀ। ਹੁਣ ਇਸ ਦੇ ਬਾਰੇ ਗੱਲ ਕੀਤੀ ਗਈ ਹੈ। ਤਾਂ ਇਹ ਇੱਕ ਕਹਿੰਦੇ ਜੀ ਸਾਡੇ ਇੰਡੀਆ ਦੇ ਜਿਹੜੇ ਯੋਗਾ ਮਿਨਿਸਟਰ ਵੀ ਨੇ ਇੰਡੀਆ ਦੇ ਵਿੱਚ, ਜਿਹਨੂੰ ਆਪਾਂ ਆਯੂਸ਼ ਮੰਤਰਾਲਾ ਸਾਡੇ ਇੰਡੀਆ ਦੇ ਵਿੱਚ। ਠੀਕ ਹੈ। ਆਯੂਸ਼ ਮੰਤਰਾਲਾ ਦੇ ਮੇਨ ਹੈੱਡ ਕੌਣ ਨੇ ਕੈਬਨਿਟ? ਸਰਬਾਨੰਦ ਸੋਨੋਵਾਲ, ਜੋ ਕਿ ਅਸਾਮ ਦੇ ਪਹਿਲੇ ਮਿਨਿਸਟਰ ਸੀਗੇ। ਠੀਕ ਹੈ ਜੀ, ਚੀਫ ਮਿਨਿਸਟਰ। ਉਹਨਾਂ ਨੂੰ ਹੁਣ ਕੈਬਨਿਟ ਦੇ ਵਿੱਚ ਥਾਂ ਦਿੱਤੀ ਗਈ ਹੈ। ਅਤੇ ਆਯੂਸ਼ ਦੇ ਅਤੇ ਉਹਨਾਂ ਕੋਲ ਸ਼ਿਪਿੰਗ ਦਾ ਵੀ ਮਿਨਿਸਟਰੀ ਵੀ ਹੈਗੀ, ਸ਼ਿਪਿੰਗ ਮਿਨਿਸਟਰੀ ਵੀ ਹੈਗੀ ਉਹਨਾਂ ਕੋਲ। ਠੀਕ ਹੈ। ਇਹ ਦੋਨੇ ਮਿਨਿਸਟਰੀਆਂ ਨੇ। ਤਾਂ ਉਹਨਾਂ ਨੇ ਫਾਊਂਡੇਸ਼ਨ ਰੱਖਿਆ 75 ਕਰੋੜ ਰੁਪਏ ਲਾ ਕੇ, ਇਹਨਾਂ ਨੇ ਫਾਊਂਡੇਸ਼ਨ ਰੱਖਿਆ ਹੈਦਰਾਬਾਦ ਦੇ ਵਿੱਚ ਇੰਟਰਨੈਸ਼ਨਲ ਯੋਗਾ ਡੇ, ਜਿਹੜਾ ਤੁਹਾਨੂੰ ਆਪਾਂ ਇਹ ਅਕੈਡਮੀ ਇਹਨਾਂ ਨੇ ਲਾਂਚ ਇੱਥੇ ਫਾਊਂਡੇਸ਼ਨ ਰੱਖਿਆ। ਠੀਕ ਹੈ ਜੀ। ਠੀਕ ਹੈ ਜੀ। ਅਤੇ ਇੰਡੀਆ ਦੇ ਵਿੱਚ ਯੋਗਾ ਡੇ ਕਦੋਂ ਮਨਾਇਆ ਜਾਂਦਾ? 21 ਜੂਨ ਨੂੰ। ਠੀਕ ਹੈ। ਅਤੇ 5 ਜੂਨ ਨੂੰ ਇਨਵਾਇਰਮੈਂਟ ਡੇ। ਠੀਕ ਹੈ। ਗਾਂਧੀ ਜਯੰਤੀ ਕਦੋਂ ਹੁੰਦੀ ਹੈ? 2 ਅਕਤੂਬਰ ਨੂੰ। ਠੀਕ ਹੈ ਜੀ। ਗੁੱਡ ਗਵਰਨੈਂਸ ਡੇ 25 ਦਸੰਬਰ। ਠੀਕ ਹੈ ਜੀ। ਇੰਡੀਆ 'ਚ ਵੋਟਰ ਡੇ ਕਦੋਂ ਹੁੰਦਾ? ਵੋਟਰ ਡੇ ਹੁੰਦਾ ਆਪਣਾ 25 ਜਨਵਰੀ ਨੂੰ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। 26 ਜਨਵਰੀ ਨੂੰ ਕੀ ਹੁੰਦਾ ਹੈ? ਸਾਡਾ ਇੰਡੀਆ ਦਾ ਰਿਪਬਲਿਕ ਡੇ। ਠੀਕ ਹੈ ਜੀ। ਰਿਪਬਲਿਕ ਡੇ, ਇਹ ਤੁਸੀਂ ਯਾਦ ਰੱਖਣਾ। 4 ਜਨਵਰੀ ਨੂੰ ਕੀ ਸੀਗਾ? ਬ੍ਰੇਨ ਲਿਪੀ ਵਾਲਾ ਡੇ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖ ਲਿਆ ਜੀ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਹੈਦਰਾਬਾਦ ਜਿਹੜੀ ਸਿਟੀ ਹੈ, ਇਹ ਕਿੱਥੇ ਹੈ? ਇਹ ਮੂਸੀ ਰਿਵਰ ਦੇ ਉੱਪਰ ਹੈ। ਯਾਦ ਰੱਖਿਆ ਜੀ, ਮੂਸੀ ਰਿਵਰ। ਇਹਨੂੰ ਨਿਜ਼ਾਮਾਂ ਦਾ ਸ਼ਹਿਰ ਕਹਿੰਦੇ ਸੀ। ਨਿਜ਼ਾਮਾਂ ਦਾ ਸ਼ਹਿਰ ਇੱਥੇ ਹੁੰਦੇ ਸੀਗੇ। ਠੀਕ ਹੈ। ਇਹਦੇ ਵਿੱਚ ਕੀ ਹੈਗਾ ਮੇਨ? ਇਹਦਾ ਸਿੰਬਲ ਕਿੱਥੇ? ਇਹ ਕੈਪੀਟਲ ਕਿਹਦੀ ਹੈ ਜੀ? ਤੇਲੰਗਾਨਾ ਸਿਟੀ ਦੀ। ਤੇਲੰਗਾਨਾ ਸਟੇਟ ਦੀ ਕੈਪੀਟਲ ਹੈ। ਤੇਲੰਗਾਨਾ ਕਦੋਂ ਬਣਿਆ ਸੀ? 2 ਜੂਨ 2014 ਦੇ ਵਿੱਚ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਤੇ ਉਸ ਤੋਂ ਬਾਅਦ ਆਪਾਂ ਹੈਦਰਾਬਾਦ ਦੀ ਬਾਰੇ ਗੱਲ ਕਰੀਏ ਤਾਂ ਹੈਦਰਾਬਾਦ ਦੇ ਵਿੱਚ ਤੁਹਾਨੂੰ ਪਤਾ ਹੋਵੇਗਾ ਇਹ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਮਿਊਜ਼ੀਅਮ ਜੇ ਕਹੀਏ ਤਾਂ ਕਿੱਥੇ ਖੁੱਲ੍ਹਣ ਜਾ ਰਿਹਾ ਹੁਣ, ਅਤੇ ਵਰਲਡ ਦਾ ਸਭ ਤੋਂ ਲਾਰਜੈਸਟ ਮਿਊਜ਼ੀਅਮ ਤਾਂ ਹੈਦਰਾਬਾਦ ਦੇ ਵਿੱਚ। ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਰੱਖਣਾ। ਹੈਦਰਾਬਾਦ ਦੇ ਵਿੱਚ ਇੱਕ ਜੂਲੋਜੀਕਲ ਪਾਰਕ ਹੈਗਾ ਜਿਹਦਾ ਨਾਮ ਹੈ ਨਹਿਰੂ ਜੂਲੋਜੀਕਲ ਪਾਰਕ। ਇਹ ਪਹਿਲਾ ਪਾਰਕ ਹੈ ਪੂਰੀ ਦੁਨੀਆ ਦੇ ਵਿੱਚ, ਇੰਡੀਆ ਦੇ ਵਿੱਚ ਵੀ ਫਸਟ ਹੈ, ਜਿਹਨੂੰ ISO ਸਰਟੀਫਿਕੇਟ ਮਿਲਦਾ ਪਿਆ। ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਰੱਖਣਾ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਹੈਦਰਾਬਾਦ ਦੇ ਵਿੱਚ ਇੱਕ ਬਣਿਆ ਜੀ ਟਰਾਂਸਜੈਂਡਰ ਜਿਹੜੇ ਲੋਕ ਹੁੰਦੇ ਨੇ। ਠੀਕ ਹੈ। ਟਰਾਂਸਜੈਂਡਰ ਜਿਹੜੇ ਲੋਕ ਹੁੰਦੇ ਨੇ ਉਹਨਾਂ ਵਾਸਤੇ ਹੈਲਪ ਡੈਸਕ। ਠੀਕ ਹੈ ਜੀ। ਅਤੇ ਇਹ ਵੀ ਯਾਦ ਰੱਖਣਾ ਤੁਸੀਂ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਹੈਦਰਾਬਾਦ ਦੇ ਤੇਲੰਗਾਨਾ ਸਟੇਟ ਜਿਹੜੀ ਹੈ ਨਾ, ਤੇਲੰਗਾਨਾ ਸਟੇਟ ਦੇ ਵਿੱਚ ਨਾ ਇੱਕ ਸਕੀਮ ਤੁਸੀਂ ਵੇਖਿਆ ਹੋਵੇਗਾ ਆਪਣੇ ਇੰਡੀਆ 'ਚ ਚੱਲਿਆ ਸੀ, ਸਵੱਛਤਾ ਅਭਿਆਨ ਚੱਲਿਆ ਸੀਗਾ। ਉਹਦਾ ਸੈਕਿੰਡ ਫੇਜ਼ ਚੱਲਦਾ ਪਿਆ। ਪਹਿਲਾ ਫੇਜ਼ ਸੀਗਾ ਜਦੋਂ ਮੋਦੀ ਗੌਰਮੈਂਟ ਬਣੀ ਸੀ 2014 ਦੇ ਵਿੱਚ, 2 ਅਕਤੂਬਰ ਨੂੰ ਚੱਲਿਆ ਸੀ, ਅਤੇ 2019 2 ਅਕਤੂਬਰ ਨੂੰ ਖਤਮ ਹੋ ਗਿਆ ਸੀਗਾ। ਠੀਕ ਹੈ। ਅਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਹੁੰਦਾ ਸੀ ਓਪਨ ਡਿਫੀਕੇਸ਼ਨ ਸਿਸਟਮ, ODF ਸਿਸਟਮ ਸਟਾਰਟ ਕੀਤਾ ਸੀ। ਹੁਣ ਸੈਕਿੰਡ ਫੇਜ਼ ਦੇ ਵਿੱਚ ODF ਪਲੱਸ ਚੱਲਦਾ ਪਿਆ, ਕਿਉਂਕਿ ਹੁਣ 2019 ਤੋਂ ਲੈ ਕੇ 24 ਤੱਕ ਚੱਲੇਗਾ। ਇਹ ਸੈਕਿੰਡ ਫੇਜ਼ ਹੈ। ਇਹਦੇ ਵਿੱਚ ਤੁਸੀਂ ਯਾਦ ਰੱਖਣਾ ਤੇਲੰਗਾਨਾ ਦੇ ਸਭ ਤੋਂ ਜ਼ਿਆਦਾ ਜਿਹੜੇ ਪਿੰਡ ਨੇ ਉਹ ਇਹਦੇ ਵਿੱਚ ਆਏ ਨੇ ਓਪਨ ਡਿਫੀਕੇਸ਼ਨ ਜਿਹੜਾ ਪਲੱਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਪਿੰਡ ਨੇ 100 ਤੋਂ ਪਲੱਸ ਪਿੰਡਾਂ ਨੂੰ ਇਹ ਰੇਟਿੰਗ ਦਿੱਤੀ ਗਈ ਹੈ ਤੇਲੰਗਾਨਾ ਸਟੇਟ ਦੇ। ਠੀਕ ਹੈ ਜੀ। ਇਹ ਕੁਐਸਚਨ ਬੜਾ ਇੰਪੋਰਟੈਂਟ ਹੈ। ਪਹਿਲਾ ਓਪਨ ਡਿਫੀਕੇਸ਼ਨ ਸਟੇਟ ਕਿਹੜੀ ਬਣੀ ਸੀ? ਸਿੱਕਿਮ ਸਟੇਟ। ਇਹ ਵੀ ਯਾਦ ਰੱਖਣਾ ਤੁਸੀਂ। ਠੀਕ ਹੈ ਜੀ। ਅਤੇ ਪੇਪਰ ਦੇ ਵਿੱਚ ਤੁਹਾਨੂੰ ਆ ਵੀ ਪੁੱਛਿਆ ਜਾ ਸਕਦਾ ਹੈ ਕਿ ਇਹਨਾਂ ਦੇ ਗਵਰਨਰ ਕੌਣ ਨੇ ਤੇਲੰਗਾਨਾ ਸਟੇਟ ਦੇ? ਤੇਲੰਗਾਨਾ ਸਟੇਟ ਦੇ ਪਹਿਲੇ CM ਦੱਸੋ। ਇਹ ਹੈਗੇ ਨੇ ਚੰਦਰ ਸ਼ੇਖਰ ਰਾਓ। ਠੀਕ ਹੈ ਜੀ। ਚੰਦਰ ਸ਼ੇਖਰ ਰਾਓ। ਅਤੇ ਗਵਰਨਰ ਨੇ ਜਿਹੜਾ ਇਹਨਾਂ ਦਾ ਡਾਕਟਰ ਇਹਨਾਂ ਦਾ ਹੈਗਾ ਤਮਿਲਸਾਈ ਸੌਂਦਰਯਰਾਜਨ। ਇਹ ਤੁਸੀਂ ਯਾਦ ਰੱਖ ਸਕਦੇ ਹੋ। ਤਮਿਲਸਾਈ ਸੌਂਦਰਯਰਾਜਨ। ਠੀਕ ਹੈ। ਇਹਨਾਂ ਦਾ ਯਾਦ ਰੱਖ ਲਿਆ ਤੁਸੀਂ, ਥੋੜ੍ਹਾ ਜਿਹਾ ਸਪੈਲਿੰਗ ਵੇਖ ਲਿਆ ਜੀ। ਉਸ ਤੋਂ ਬਾਅਦ ਆਪਾਂ ਇਹਦੇ ਬਾਰੇ ਹੋਰ ਗੱਲ ਕਰਦੇ ਹਾਂ। ਪੂਰੀ ਦੁਨੀਆ ਦਾ ਸਭ ਤੋਂ ਵੱਡਾ ਇੰਟਰਨੈਸ਼ਨਲ ਆਰਬਿਟਰੇਰੀ ਅਤੇ ਮੈਡੀਟੇਸ਼ਨ ਸੈਂਟਰ ਕਿੱਥੇ ਖੁੱਲ੍ਹਦਾ ਪਿਆ ਜੀ? ਇਹ ਵੀ ਹੈਦਰਾਬਾਦ ਦੇ ਵਿੱਚ ਖੁੱਲ੍ਹਦਾ ਪਿਆ। ਇੱਕ ਇਹਨਾਂ ਦਾ ਪਿੰਡ ਯਾਦ ਰੱਖ ਲਓ ਜਿਹੜਾ ਬਹੁਤ ਇੰਪੋਰਟੈਂਟ ਕੁਐਸਚਨ ਪੇਪਰ ਦੇ ਵਿੱਚ ਆ ਸਕਦਾ। ਪੂਰੀ ਦੁਨੀਆ ਦੇ ਵਿੱਚ ਜਿਹੜਾ ਵਰਲਡ ਟੂਰਿਜ਼ਮ ਆਰਗੇਨਾਈਜੇਸ਼ਨ ਜਿਹੜੀ ਹੈ ਪੂਰੀ ਦੁਨੀਆ ਦੀ, ਉਸਨੇ ਇਸ ਨੂੰ ਬੈਸਟ ਸਭ ਤੋਂ
ਸਵੱਛ ਪਿੰਡ ਦਾ ਨਾਮ ਦਿੱਤਾ ਹੈ, ਉਹਦਾ ਨਾਮ ਹੈ ਪੋਚਮਪੱਲੀ। ਇਹ ਪਿੰਡ ਦਾ ਨਾਮ ਹੀ ਇੱਦਾਂ ਦਾ ਹੈ, ਪੋਚਮਪੱਲੀ। ਇਹ ਯਾਦ ਰੱਖਣਾ, ਤੇਲੰਗਾਨਾ ਸਟੇਟ ਦਾ ਹੈ। ਆਈ ਹੋਪ ਕਿ ਆਪਾਂ ਨੈਕਸਟ ਚੱਲਦੇ ਹਾਂ, ਹੁਣ ਕੁਐਸਚਨ ਥੋੜ੍ਹਾ ਵੀਡੀਓ ਲੰਮੀ ਹੋ ਰਹੀ ਹੈ। ਉਸ ਤੋਂ ਬਾਅਦ ਕਹਿੰਦਾ ਜੀ ਵਿਚ ਡਿਸਟ੍ਰਿਕਟ ਓਡੀਸ਼ਾ ਹੈ ਡਿਕਲੇਅਰ ਇਟਸੈਲਫ ਦੀ ਚਾਈਲਡ ਮੈਰਿਜ ਫ੍ਰੀ ਡਿਸਟ੍ਰਿਕਟ ਫਸਟ ਟਾਈਮ ਇਨ ਦੀ ਸਟੇਟ। ਕਹਿੰਦਾ ਜੀ ਇੱਕ ਐਸੀ ਡਿਸਟ੍ਰਿਕਟ ਦਾ ਨਾਮ ਦੱਸੋ ਜਿਹੜੀ ਕਿ ਉੜੀਸਾ ਦੇ ਵਿੱਚ ਹੈ। ਪਹਿਲਾਂ ਇਹ ਯਾਦ ਰੱਖਣਾ, ਇਹ ਸਾਰੀਆਂ ਉੜੀਸਾ ਦੀ ਐਸੀ ਡਿਸਟ੍ਰਿਕਟ ਦਾ ਨਾਮ ਦੱਸਣਾ ਹੈ ਜਿਹਦੇ ਵਿੱਚ ਅੱਜ ਤੱਕ ਵੀ ਨਾ ਪਿਛਲੇ 2 ਸਾਲਾਂ ਤੋਂ ਕੋਈ ਚਾਈਲਡ ਮੈਰਿਜ ਨਹੀਂ ਹੋਈ। ਠੀਕ ਹੈ ਜੀ, ਚਾਈਲਡ ਮੈਰਿਜ ਨਹੀਂ ਹੋਈ। ਤਾਂ ਇਹ ਕਿਹੜੀ ਡਿਸਟ੍ਰਿਕਟ ਹੈ? ਇਹ ਹੈਗੀ ਹੈ ਗੰਜਮ ਡਿਸਟ੍ਰਿਕਟ। ਗੰਜਮ ਡਿਸਟ੍ਰਿਕਟ ਦੇ ਬਾਰੇ ਯਾਦ ਰੱਖਣਾ, ਉੜੀਸਾ ਦੇ ਵਿੱਚ। ਠੀਕ ਹੈ ਜੀ, ਨਵੀਨ ਪਟਨਾਇਕ ਦੀ ਸਰਕਾਰ ਹੈ ਇੱਥੇ, ਇਹ ਤੁਸੀਂ ਯਾਦ ਰੱਖਣਾ ਹੈ। ਪਿਛਲੇ 48,000 ਜਿਹੜੇ ਕਹਿੰਦੇ ਪਲੱਸ ਵਿਆਹ ਹੋਏ ਨੇ, ਉਹਦੇ ਵਿੱਚ 450 ਕੇਸ ਜਿਹੜੇ ਚਾਈਲਡ ਮੈਰਿਜ ਦੇ ਇਹਨਾਂ ਨੇ ਰੋਕੇ ਹੈ। ਇਹਨਾਂ ਦੀ ਪਿੰਡ ਗੰਜਮ ਡਿਸਟ੍ਰਿਕਟ ਦੀ ਜਿਹੜੀ ਪੰਚਾਇਤ ਹੈ ਉਹਨਾਂ ਦੇ ਸਾਰੇ ਅੰਦਰ ਮਿਲ ਕੇ। ਤਾਂ ਇਹਨਾਂ ਨੇ ਇਸ ਗੰਜਮ ਡਿਸਟ੍ਰਿਕਟ ਦੇ ਵਿੱਚ ਇੱਕ ਸਕੀਮ ਜਿਹੜੀ ਚਲਾਈ ਸੀ, ਜਿਹੜੀ ਕਿ ਚਾਈਲਡ ਮੈਰਿਜ ਦੇ ਅਗੇਂਸਟ ਸੀ। ਉਹ ਕਿਹੜੀ ਸੀ? ਨਿਰਭਇਆ ਕਾਂਡੀ ਨਾਮਕ ਇੱਕ ਸਕੀਮ ਚਲਾਈ ਸੀ ਇਹਨਾਂ ਨੇ, ਕੈਂਪੇਨ ਚਲਾਇਆ ਸੀ, ਜਿਹਦੇ ਵਿੱਚ ਗੰਜਮ ਡਿਸਟ੍ਰਿਕਟ ਹੁਣ ਬਣਿਆ ਹੈ। ਠੀਕ ਹੈ ਜੀ, ਇਹ ਯਾਦ ਰੱਖਣਾ ਹੈ ਤੁਸੀਂ। ਗੰਜਮ ਡਿਸਟ੍ਰਿਕਟ ਦੇ ਵਿੱਚ ਤੁਸੀਂ ਯਾਦ ਰੱਖਣਾ, ਇੱਥੇ ਇੱਕ ਹੈਗਾ ਗਹੀਰਮਠ ਬੀਚ ਹੈ, ਜਿੱਥੇ ਮਿਲਦੇ ਨੇ ਓਲਾਈਵ ਟਰਟਲਸ। ਓਲਾਈਵ ਛੋਟੇ ਕਛੂਏ ਜਿਹਨੂੰ ਆਪਾਂ ਕਹਿੰਦੇ ਹਾਂ, ਛੋਟੀ ਜਿਹੜੇ ਮੈਰਾਈਨ ਵਾਲੇ ਕਛੂਏ ਜਿਹੜੇ ਮਿਲਦੇ ਨੇ, ਓਲਾਈਵ ਟਰਟਲਸ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਚਿਲਕਾ ਲੇਕ ਇੰਡੀਆ ਦੀ ਸਭ ਤੋਂ ਖਾਰੇ ਪਾਣੀ ਦੀ ਜਿਹੜੀ ਵੱਡੀ ਝੀਲ ਹੈ, ਉਹ ਚਿਲਕਾ ਲੇਕ ਕਿੱਥੇ ਹੈ ਜੀ? ਇਹ ਹੈਗੀ ਹੈ ਤੁਹਾਡੀ ਆਪਣੇ ਉੜੀਸਾ ਦੇ ਵਿੱਚ। ਠੀਕ ਹੈ ਜੀ, ਅਤੇ ਬਾਲਾਸੋਰ ਡਿਸਟ੍ਰਿਕਟ ਇੰਡੀਆ ਦਾ ਐਸਾ ਡਿਸਟ੍ਰਿਕਟ ਹੈ ਜਿਹੜਾ ਕਿ ਸਭ ਤੋਂ ਸ਼ਕਤੀਸ਼ਾਲੀ ਡਿਸਟ੍ਰਿਕਟ ਕਹਿ ਸਕਦੇ ਹਾਂ, ਕੋਸਟਲ ਏਰੀਆ ਦੇ ਨੇੜੇ ਤੇੜੇ। ਠੀਕ ਹੈ ਜੀ, ਇਹਦੇ ਵਿੱਚ ਤੁਸੀਂ ਇੱਕ ਡੈਮ ਯਾਦ ਕਰ ਲਓ ਜਿਹੜਾ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਪੁੱਛਿਆ ਜਾਂਦਾ। ਉਹਦੇ ਪਰ ਇੱਕ ਤੁਸੀਂ ਡੈਮ ਦਾ ਨਾਮ ਸੁਣਿਆ ਹੋਏਗਾ, ਹੀਰਾਕੁਡ ਡੈਮ ਜਿਹੜਾ ਹੈ ਉਹ ਹੈਗਾ ਮਹਾਨਦੀ ਦੇ ਉੱਪਰ ਹੈ। ਉਹ ਮਹਾਨਦੀ ਦੇ ਕਿਨਾਰੇ 'ਤੇ ਹੈਗੀ ਕਿਹੜਾ? ਕਟਕ ਸ਼ਹਿਰ। ਠੀਕ ਹੈ ਜੀ, ਇੱਥੇ ਇੰਡੀਆ ਦਾ ਨੈਸ਼ਨਲ ਰਿਸਰਚ ਸੈਂਟਰ ਹੈਗਾ ਰਾਈਸ ਵਾਲਾ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਆਈ ਹੋਪ ਕਿ ਤੁਹਾਨੂੰ ਇਹਦੇ ਬਾਰੇ ਸਾਰਾ ਸਮਝ ਆ ਗਿਆ ਹੋਣਾ। ਭੀਤਰਕਨਿਕਾ ਨੈਸ਼ਨਲ ਪਾਰਕ ਹੈ, ਸਿਮਲੀਪਲ ਨੈਸ਼ਨਲ ਪਾਰਕ ਇੱਥੇ ਹੈਗੇ ਨੇ, ਦੋ ਨਿਕਟ। ਇਹ ਸਾਰੇ ਕਿੱਥੇ ਨੇ ਜੀ? ਉੜੀਸਾ ਦੇ ਵਿੱਚ ਨੇ, ਅਤੇ ਇਹ ਤੁਸੀਂ ਯਾਦ ਰੱਖਿਆ ਜੀ। ਉਸ ਤੋਂ ਬਾਅਦ ਨੈਕਸਟ ਕੁਐਸਚਨ 'ਤੇ ਆਉਣੇ ਆ। ਕਹਿੰਦੇ ਜੀ ਇੰਡੀਆ ਹੈਜ਼ ਕੋਲੈਬੋਰੇਟਿਡ ਟੂ ਵਿਚ ਕੰਟਰੀ ਫॉर ਗ੍ਰੀਨ ਐਨਰਜੀ ਐਂਡ ਕਲਾਈਮੇਟ ਐਕਸ਼ਨ। ਇਹ ਤੁਹਾਨੂੰ ਪਤਾ ਜੀ, ਇੰਡੀਆ ਹੁਣ ਇਸ ਐਨਰਜੀ ਨੂੰ ਲੈ ਕੇ ਬਹੁਤ ਵੀ ਕਲੀਨ ਅਤੇ ਗ੍ਰੀਨ ਐਨਰਜੀ ਵਾਸਤੇ ਆਪਾਂ ਬਹੁਤ ਐਫਰਟ ਕਰਦੇ ਪਏ ਹਾਂ। ਉਹਦੇ ਵਾਸਤੇ ਆਪਾਂ ਕਿਹਦੇ ਨਾਲ MOU ਸਾਈਨ ਕੀਤਾ ਹੈ? ਤਾਂ ਇਹਦੇ ਇੰਡੀਆ ਨੇ ਕੀਤਾ ਜਰਮਨੀ ਨਾਲ, ਜਰਮਨੀ ਕੰਟਰੀ ਦੇ ਨਾਲ। ਜਰਮਨੀ ਦੇ ਤੁਸੀਂ ਇੱਕ ਯਾਦ ਰੱਖਣਾ, ਇਹਨਾਂ ਦੀ ਹੁਣ ਪਹਿਲਾਂ ਹੁੰਦੀ ਸੀ ਐਂਜਲਾ ਮਾਰਕਲ ਇਹਨਾਂ, ਕਿਉਂਕਿ ਇੱਥੇ ਸਾਡੇ ਇੰਡੀਆ 'ਚ ਪ੍ਰਾਈਮ ਮਿਨਿਸਟਰ ਹੁੰਦਾ, ਇਹਨਾਂ ਦਾ ਹੁੰਦਾ ਚਾਂਸਲਰ। ਠੀਕ ਹੈ, ਅਤੇ ਇਹ ਐਂਜਲਾ ਮਾਰਕਲ ਸੀ। ਹੁਣ ਓਖਲਾ ਸੋਲਚੁਕ, ਇਹ ਜਿਹੜੀ ਕੀ ਹੈ ਨਾਮ, ਇਹਦੇ ਥੋੜ੍ਹੇ ਸਪੈਲਿੰਗ ਵੇਖ ਲਿਆ ਜੀ। ਇਹ ਇਹਨਾਂ ਦਾ ਚਾਂਸਲਰ ਬਦਲ ਚੁੱਕਿਆ ਹੁਣ। ਠੀਕ ਹੈ ਜੀ, ਅਤੇ ਇਹਨਾਂ ਦੇ ਜਰਮਨੀ ਦੇ ਵਿੱਚ ਇਹਨਾਂ ਦੀ ਸਪੈਲਿੰਗ ਥੋੜ੍ਹਾ ਜਰਮਨ ਲੈਂਗੁਏਜ ਦੇ ਵਿੱਚ ਨੇ, ਤਾਂ ਉਹ ਤੁਸੀਂ ਸੋਲਚੁਕ ਹੀ ਕਹਿੰਦੇ ਨੇ ਉਹਨੂੰ। ਤਾਂ ਉਹ ਥੋੜ੍ਹਾ ਮੇਰਾ ਪ੍ਰੋਨਾਊਂਸੀਏਸ਼ਨ ਦੇ ਅਕੋਰਡਿੰਗ ਦੱਸ ਰਿਹਾ। ਤਾਂ ਇਹਨਾਂ ਗਵਰਨਰ ਬਦਲ ਚੁੱਕੀ ਹੈ। ਤਾਂ ਤੁਸੀਂ ਵੇਖੋ ਪਿਛਲੇ 40 ਸਾਲਾਂ ਦੇ ਵਿੱਚ ਸਿਰਫ 3 ਹੀ ਚਾਂਸਲਰ ਬਦਲੇ ਗਏ ਨੇ ਅੱਜ ਤੱਕ। ਇਹ 16 ਸਾਲ ਇਹਨਾਂ ਨੇ ਆਪਣੇ ਪੋਸਟ ਸੰਭਾਲੀ ਹੈ ਚਾਂਸਲਰ ਦੀ, ਐਂਜਲਾ ਮਾਰਕਲ। ਠੀਕ ਹੈ ਜੀ, ਇਹਨਾਂ ਦੇ 2 ਪਰਸਨ ਯਾਦ ਕਰ ਲਓ ਜਿਹੜੇ ਕੁਐਸਚਨ ਦੇ ਆਪਣੇ ਹਿਸਟਰੀ ਦੇ ਵਿੱਚ ਕੁਐਸਚਨ ਆਉਂਦੇ ਨੇ। ਹਿਟਲਰ ਜਿਹਦੇ ਕਾਰਨ ਸੈਕਿੰਡ ਵਰਲਡ ਵਾਰ ਹੋਇਆ ਸੀਗਾ। ਠੀਕ ਹੈ ਜੀ, ਨਾਜ਼ੀਅਮ ਸਿਸਟਮ ਇਹਨਾਂ ਨੇ ਚਲਾਇਆ ਸੀਗਾ। ਠੀਕ ਹੈ ਜੀ, ਇੱਕ ਮੁਸੋਲੀਨੀ ਇਟਲੀ ਦਾ ਸੀਗਾ, ਇਹ ਯਾਦ ਰੱਖਣਾ, ਮੁਸੋਲੀਨੀ ਇਟਲੀ ਦਾ ਸੀ, ਅਤੇ ਹਿਟਲਰ, ਇਹ ਦੋਨਾਂ ਦੇ ਕਾਰਨ ਹੀ ਵਰਲਡ ਵਾਰ ਸੈਕਿੰਡ ਚੱਲਿਆ ਸੀਗਾ। ਠੀਕ ਹੈ ਜੀ, ਅਤੇ ਇਹ ਤੁਸੀਂ ਯਾਦ ਰੱਖਣਾ। ਇਹਦੇ ਵਿੱਚ 2-3 ਕੁਐਸਚਨ ਤੁਹਾਨੂੰ ਹੋਰ ਦੱਸਦਾ। ਪਰਲ ਹਾਰਬਰ ਦੇ ਅਟੈਕ ਦੇ ਬਾਅਦ ਹੀ ਅਮਰੀਕਾ ਨੇ ਸੈਕਿੰਡ ਦੇ ਵਿੱਚ ਪਾਰਟੀਸਪੇਟ ਕੀਤਾ ਸੀਗਾ। ਤਾਂ ਇਹਨਾਂ ਨੇ ਫਿਰ 2 ਬੰਬ ਗਿਰਾਏ ਸੀ। ਪਰਲ ਹਾਰਬਰ ਕਿੱਥੇ ਹੈ? ਹਵਾਈ ਦਵੀਪ ਦੇ ਉੱਪਰ। ਇਹ ਅਮਰੀਕਾ ਦਾ ਪਾਰਟ ਸੀਗਾ ਉਸ ਟਾਈਮ 'ਤੇ, ਹਵਾਈ ਦਵੀਪ ਦੇ ਉੱਪਰ। ਠੀਕ ਹੈ ਜੀ, ਅਤੇ ਇਹ ਵੀ ਯਾਦ ਰੱਖਿਆ ਜੀ। 6 ਅਗਸਤ 1945 ਅਤੇ 9 ਅਗਸਤ 1945, ਇਹ ਦੋਨੇ ਯਾਦ ਰੱਖਣੇ ਨੇ। ਇੱਕ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਉੱਪਰ ਇੱਕ ਲਿਟਲ ਬੋਏ, ਫੈਟ ਬੋਏ, 2 ਬੰਬ ਸੁੱਟੇ ਗਏ ਸੀ ਅਮਰੀਕਾ ਵੱਲੋਂ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣੇ ਨੇ। ਅਤੇ ਸੈਕਿੰਡ ਵਰਲਡ ਵਾਰ ਕਦੋਂ ਹੋਇਆ ਸੀਗਾ? 1939 ਤੋਂ ਲੈ ਕੇ 45 ਦੇ ਵਿੱਚ। ਠੀਕ ਹੈ ਜੀ, ਇਹ ਯਾਦ ਰੱਖਣਾ ਹੈ ਤੁਸੀਂ। ਅਤੇ ਉਸ ਤੋਂ ਬਾਅਦ ਆਪਾਂ ਇਹ ਵੀ ਯਾਦ ਰੱਖਣਾ। ਨੈਕਸਟ ਕੁਐਸਚਨ 'ਤੇ ਆ ਜਾਓ। ਦੇਖੋ ਇੱਕ ਇਹਨਾਂ ਦਾ ਸਰ ਕੁਐਸਚਨ ਜਿਹੜਾ ਮੈਂ ਦੱਸਣਾ ਸੀਗਾ,
ਮੇਰੇ ਸਕਿਪ ਹੋ ਗਿਆ। ਚਲੋ, ਵਰਲਡ ਡੇ ਆਫ ਦਾ ਔਰਫਨ ਓਬਜ਼ਰਵ ਐਵਰੀ ਈਅਰ ਵਿੱਚ ਜਨਵਰੀ ਦੇ ਕਿਹੜੇ ਦਿਨ ਦੇ ਵਿੱਚ ਵਰਲਡ ਔਰਫਨ ਡੇ ਮਨਾਇਆ ਜਾਂਦਾ ਹੈ। ਤਾਂ ਮੈਂ ਕੱਲ੍ਹ ਵੀ ਤਾਂ ਇਹਦੇ ਵਾਸਤੇ ਇੱਕ ਕੁਐਸਚਨ ਕਰਵਾਇਆ ਸੀਗੀ ਇੰਡੀਆ ਦੇ ਵਿੱਚ ਵੀ। ਕੱਲ੍ਹ ਇੱਕ ਕੁਐਸਚਨ ਮੈਂ ਤੁਹਾਨੂੰ ਕਰਵਾਇਆ ਸੀ, ਇੱਕ ਲੇਡੀ ਸੀ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਮਾਤਾ ਪਿਤਾ ਯੁੱਧ ਦੇ ਵਿੱਚ ਮਾਰੇ ਗਏ, ਜਾਂ ਹੁਣ ਪੇਰੈਂਟਸ ਕੋਵਿਡ ਦੇ ਵਿੱਚ, ਜਿਵੇਂ ਅੱਜ ਕੱਲ੍ਹ ਤਾਂ ਕੋਵਿਡ ਚੱਲਦਾ ਪਿਆ, ਉਸ ਟਾਈਮ ਦੇ ਪੁਰਾਣੇ ਟਾਈਮ ਦੇ ਵਿੱਚ ਕੀ ਚੱਲਦਾ ਹੁੰਦਾ ਸੀਗਾ, ਵਰਲਡ ਵਾਰ। ਤਾਂ ਪੂਰੇ ਯੂਰਪ ਦੇ ਵਿੱਚ ਕਾਫੀ ਬੱਚਿਆਂ ਜਿਹੜੇ ਅਨਾਥ ਹੋ ਗਏ ਸੀ, ਉਹਨਾਂ ਨੂੰ ਸੰਭਾਲਣ ਵਾਸਤੇ ਫਿਰ ਇੱਕ ਡੇ ਮਨਾਇਆ ਜਾਂਦਾ, ਜਿਹਨੂੰ ਆਪਾਂ ਵਰਲਡ ਔਰਫਨ ਡੇ ਮਨਾਉਂਦੇ ਹਾਂ। ਅਤੇ ਇਹ ਹੈਗਾ ਮਨਾਇਆ ਜਾਂਦਾ ਆਪਣਾ 6 ਜਨਵਰੀ ਨੂੰ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। 4 ਜਨਵਰੀ ਨੂੰ ਕਿਹੜਾ ਮਨਾਇਆ ਜਾਂਦਾ ਹੈ? ਬਰੇਲ ਲਿਪੀ ਵਾਲਾ ਡੇ। ਠੀਕ ਹੈ ਜੀ, ਇਹ ਮੈਂ ਤੁਹਾਨੂੰ ਦੱਸ ਹੀ ਚੁੱਕਿਆ। 25 ਉੱਪਰ ਸਾਰੇ ਡੇ ਦੱਸੇ ਸੀ। 25 ਜਨਵਰੀ ਵੋਟਰ ਡੇ ਸੀਗਾ ਆਪਣਾ। 26 ਜਨਵਰੀ ਆਪਣਾ ਕਿਹੜਾ ਸੀਗਾ? ਰਿਪਬਲਿਕ ਡੇ ਆਉਂਦਾ ਪਿਆ। ਠੀਕ ਹੈ ਜੀ, ਇਹ ਸਾਰੇ ਆਪਣਾ ਦਿਨ ਦੱਸੇ ਸੀ ਤੁਹਾਨੂੰ। ਅਤੇ ਉਸ ਤੋਂ ਬਾਅਦ ਮੈਨੂੰ ਦੱਸਣਾ ਜੀ, ਜਿਹੜਾ ਕਿ ਭਾਨੂ ਰਾਜਾਪਕਸ਼ਾ, ਜਿਹੜੇ ਕਿ ਇੱਕ ਕ੍ਰਿਕੇਟਰ ਨੇ। ਪਹਿਲੇ ਨੰਬਰ ਪੇਪਰ 'ਚ ਆ ਸਕਦਾ ਕੁਐਸਚਨ ਵੀ ਇਹ ਕਿਹੜੀ ਗੇਮ ਤੋਂ ਬਿਲੋਂਗ ਕਰਦੇ ਨੇ? ਕ੍ਰਿਕੇਟਰ ਨੇ। ਤਾਂ ਇਹਨਾਂ ਨੇ ਜੀ ਸੰਨਿਆਸ ਅਨਾਊਂਸਮੈਂਟ ਕਰ ਦਿੱਤੀ ਹੈ ਸਾਰੇ ਫਾਰਮੈਟ ਤੋਂ। ਅਤੇ ਇਹ ਕਿਹੜੀ ਕੰਟਰੀ ਦੇ ਨੇ? ਇਹ ਸ਼੍ਰੀਲੰਕਾ ਦੇ ਨੇ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਸ਼੍ਰੀਲੰਕਾ ਦੇ ਕਾਫੀ ਪਲੇਅਰ ਨੇ, ਜਿਵੇਂ ਮਹਿਲਾ ਜੈਵਰਧਨੇ ਹੋ ਗਏ, ਸੰਗਾਕਾਰਾ ਹੋ ਗਏ, ਸੂਰਜ ਅਤੇ ਆਪਣੇ ਕਈ ਉਹਨਾਂ ਦਾ ਨਾਮ ਸੀਗਾ ਨਾ। ਅਤੇ ਇਸ ਤਰ੍ਹਾਂ ਤੁਸੀਂ ਸ਼੍ਰੀਲੰਕਾ ਨੇ ਨਾ 2 ਪੋਰਟ ਯਾਦ ਕਰ ਲਓ। ਇੱਕ ਤਾਂ ਇਹਨਾਂ ਦੀ ਇਹਨਾਂ ਦਾ ਕੈਪੀਟਲ ਹੈਗੀ ਜੈਵਰਧਨੇ ਕੋਟੇ। ਵਰਧਨੇ ਪੁਰੇ ਕੋਟੇ। ਠੀਕ ਹੈ ਜੀ, ਕੋਟੇ। ਵੈਸੇ ਪਹਿਲਾਂ ਹੁੰਦੀ ਸੀ ਕੋਲੰਬੋ। ਠੀਕ ਹੈ, ਕੋਲੰਬੋ, ਪਰ ਇਹਨਾਂ ਦੀ ਹੁਣ ਬਦਲ ਕੇ ਇਹਨਾਂ ਨੇ ਜੈਵਰਧਨੇ ਪੁਰੇ ਕੋਟੇ ਕਰ ਦਿੱਤੀ ਹੈ। ਅਤੇ ਇਹਨਾਂ ਨੇ ਇੱਕ ਪੋਰਟ ਹੈਗਾ ਜਿਹਦਾ ਨਾਮ ਹੈ ਹੰਬਨ ਟੋਟਾ ਜਿਹੜਾ ਪੋਰਟ ਹੈ ਉਹ ਇਹਨਾਂ ਨੇ 99 ਈਅਰਸ ਲੀਜ਼ ਵਾਸਤੇ ਦੇ ਦਿੱਤਾ ਹੈ ਚਾਈਨਾ ਨੂੰ। ਠੀਕ ਹੈ, ਜਦੋਂ ਚਾਈਨਾ ਨੇ ਇਹ ਕੰਮ ਕੀਤਾ ਨਾ, ਇੰਡੀਆ ਨੇ ਵੀ ਇੱਕ ਤਰੀਕੋਮਾਲੀ ਨਾਮ ਦੀ ਪੋਰਟ, ਜਿਹੜੀ ਤਰੀਕੋਮਾਲੀ ਆਪਣੀ ਸ਼੍ਰੀਲੰਕਾ ਦੀ ਪੋਰਟ ਹੈ, ਉਸ ਨੂੰ ਫਿਰ ਇੰਡੀਆ ਨੇ ਉਹਦੇ ਉੱਪਰ ਇਨਵੈਸਟਮੈਂਟ ਕੀਤੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣੀ ਦੋਨੇ ਪੋਰਟ ਦੇ ਬਾਰੇ। ਅਤੇ ਸ਼੍ਰੀਲੰਕਾ ਦੇ ਜਿਹੜਾ ਇੱਕ ਏਰੀਆ ਹੈਗਾ ਜੀ, ਦੇਖੋ ਸ਼੍ਰੀਲੰਕਾ ਦਾ ਮੇਨ ਏਰੀਆ ਉਹ ਥੱਲੇ ਜੇ ਕਰਕੇ ਹੈ, ਜਿੱਥੇ ਪਰ ਇੰਡੀਆ ਦੇ ਕੁਝ ਲੋਕ ਤਮਿਲਨਾਡੂ ਤੋਂ ਸ਼੍ਰੀਲੰਕਾ ਦੇ ਇੱਥੇ ਵਸ ਕੇ ਉਹਨਾਂ ਏਰੀਆ ਨੂੰ ਆਪਾਂ ਕਹਿੰਦੇ ਹਾਂ ਜਾਫਨਾ। ਤਾਂ ਕਈ ਵਾਰੀ ਪੇਪਰ 'ਚ ਆ ਜਾਂਦਾ ਜਾਫਨਾ ਏਅਰਪੋਰਟ ਲੇਟੈਸਟ ਹੁਣ ਕਿੱਥੇ ਬਣਿਆ? ਸ਼੍ਰੀਲੰਕਾ ਦੇ ਵਿੱਚ ਬਣਿਆ। ਜਾਫਨਾ ਉਹ ਏਰੀਆ ਜਿਹੜੇ ਤਮਿਲਨਾਡੂ ਦੇ ਲੋਕ ਜਾ ਕੇ ਸਟੇ ਕੀਤਾ ਸੀਗਾ, ਰੈਜ਼ੀਡੈਂਸ ਬਣਾਇਆ ਸੀਗਾ ਸ਼੍ਰੀਲੰਕਾ ਦੇ ਵਿੱਚ, ਉਸ ਏਰੀਆ ਨੂੰ ਜਾਫਨਾ ਕਹਿੰਦੇ ਆ। ਇੱਕ ਤੁਸੀਂ ਯਾਦ ਰੱਖਿਆ ਜੀ, ਹੁਣ ਮੋਦੀ ਦੀ ਗੌਰਮੈਂਟ ਦੀ ਸਿਕਿਉਰਿਟੀ ਵਾਸਤੇ ਹੁਣ ਬੜਾ ਇਸ਼ੂ ਚੱਲਦਾ ਪਿਆ ਨਾ, ਤਾਂ ਉਹਨਾਂ ਵਾਸਤੇ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਹੈ ਕਿ ਰਾਜੀਵ ਗਾਂਧੀ ਜਿਹੜੇ ਹੈਗੇ ਸੀਗੇ, ਉਹਨਾਂ ਨੂੰ ਕਿਸ ਗਰੁੱਪ ਨੇ ਮਤਲਬ ਅਸੈਸੀਨੇਟ ਕੀਤਾ ਸੀ, ਪੋਲੀਟੀਕਲ ਮਰਡਰ ਕੀਤਾ ਸੀ ਉਹਨਾਂ ਦਾ। ਸਾਡੇ ਪ੍ਰਧਾਨ ਮੰਤਰੀ ਸੀ ਨਾ, ਉਹਨਾਂ ਦਾ ਕੀਤਾ ਸੀ ਲੀਟੇ ਗਰੁੱਪ ਨੇ। ਇਹ ਲੀਟੇ ਗਰੁੱਪ ਕੀ ਸੀਗਾ? ਲਿਬਰੇਸ਼ਨ ਆਫ ਤਮਿਲ, ਇਸ ਤਰ੍ਹਾਂ ਦਾ ਇਹ ਗਰੁੱਪ ਸੀਗਾ ਜਿਹੜਾ ਕਿ ਸ਼੍ਰੀਲੰਕਾ ਦੇ ਵਿੱਚ ਬਣਿਆ ਸੀ। ਇਹਦਾ ਹੈੱਡ ਸੀਗਾ ਪ੍ਰਭਾਕਰਨ। ਠੀਕ ਹੈ ਜੀ, ਇਹ ਵੀ ਯਾਦ ਰੱਖਿਆ ਜੀ ਤੁਸੀਂ। ਇਹਨਾਂ ਨੇ ਤਮਿਲਨਾਡੂ ਦੇ ਵਿੱਚ ਇੱਕ ਫੂਲ ਮਾਲਾ ਕਿਸੇ ਲੇਡੀ ਨੂੰ ਭੇਜ ਕੇ ਅਤੇ ਇਹ ਡੈਥ ਕਰਵਾਈ ਸੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ ਸ਼੍ਰੀਲੰਕਾ ਦੇ ਬਾਰੇ। ਅਤੇ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਇਹ ਲੈਕਚਰ ਵਧੀਆ ਲੱਗਿਆ ਹੋਵੇਗਾ। ਪਲੀਜ਼ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਨਾ। ਅਤੇ ਪੰਜਾਬੀ ਦੇ ਵਿੱਚ ਮੈਂ ਇਸ ਨੂੰ ਨੀਚੇ ਲਿਖਿਆ ਹੋਇਆ ਸਾਰਾ, ਅਤੇ ਇਸ ਨੂੰ ਤੁਸੀਂ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਨਾ। ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਆਪਣੀ ਵੀਡੀਓ ਕਿੱਦਾਂ ਚੱਲਦੇ ਪਏ ਨੇ, ਅਤੇ ਕਿਵੇਂ ਇਹਦੇ ਵਿੱਚ ਆਪਾਂ ਹੋਰ ਸੁਧਾਰ ਕਰ ਸਕਦੇ ਹਾਂ। ਅਤੇ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਆਪਣੀ ਰਾਏ ਵੀ ਦੇ ਸਕਦੇ ਹੋ। ਤਾਂ ਪਲੀਜ਼ ਤੁਸੀਂ ਆਪਣੀ ਸਾਡੀ ਐਗਜ਼ਾਮ ਗੁਰੂ ਐਪਲੀਕੇਸ਼ਨ ਦੇ ਉੱਪਰ ਜਾ ਕੇ ਤੁਸੀਂ ਸਾਡੇ ਕੋਰਸਿਸ ਨੂੰ ਵੀ ਪਰਚੇਜ਼ ਕਰ ਸਕਦੇ ਹੋ। ਇਹਦੇ ਵਿੱਚ ਕੋਆਪਰੇਟਿਵ ਇੰਸਪੈਕਟਰ ਦਾ ਸਾਡਾ ਹੁਣ ਜਿਹੜਾ ਬੈਚ ਕੋਰਸ ਚੱਲਦਾ ਪਿਆ, ਉਹ ਵੀ ਤੁਸੀਂ ਲੈ ਸਕਦੇ ਹੋ। ਅਤੇ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ। ਅੱਜ ਦੇ ਕਰੰਟ ਅਫੇਅਰ ਇੰਨੇ ਹੀ ਸੀਗੇ, ਅਤੇ ਕੱਲ੍ਹ ਮਿਲਦੇ ਹਾਂ ਜੀ। ਥੈਂਕ ਯੂ ਫॉर ਵਾਚਿੰਗ।